ਟਾਵਰਾਂ ਦੇ ਉੱਪਰ ਚੜੇ ਹੋਏ ਜਿਹੜੇ ਬੇਰੁਜ਼ਗਾਰ ਮੁਲਾਜ਼ਮਾਂ ਨੂੰ ਮਿਲ ਰਹੇ ਸੀ, ਅੱਜ ਉਹ ਕਿਤੇ ਨਾ ਕਿਤੇ ਡੰਡੇ ਖਾਂਦੇ ਪਏ ਨੇ। ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਚੱਲ ਰਿਹਾ। ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕਰਦੇ ਸੀ, ਕਹਿੰਦੇ ਨਸ਼ਾ ਬਿਲਕੁਲ ਹੀ ਮੁਕਤ ਕਰ ਦਾਂਗੇ, ਸ਼ਰਾਬ ਦੇ ਰੇਟ ਸਸਤੇ ਕਰਨਾ। ਬਦਲਾਵ ਇਹੀ ਆ ਵੀ ਅੱਜ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਆ ਉਹ ਵਾਪਸ ਲਈਆਂ ਜਾ ਰਹੀਆਂ, ਪੰਜਾਬ ਦੇ ਖਜ਼ਾਨੇ ਨੂੰ ਵਾਪਸ ਆ ਰਹੀਆਂ। ਇਹਨਾਂ ਕੋ ਕੁਝ ਕਹਿਣ ਲਈ ਹੈ ਨਹੀਂ, ਇਹ ਤੇ ਨਹੀਂ ਕਹਿ ਸਕਦੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਰਿਸੋਰਟ ਬਣਾ ਲਏ तो ਇਹਨਾਂ ਕੋ ਲੈ ਦੇ ਕੇ ਕੀ ਰਹਿ ਗਿਆ ਜੀ, ਦਿੱਲੀੋਂ ਚੱਲ ਰਹੀ, ਦਿੱਲੀ ਸਾਡੀ ਲੀਡਰਸ਼ਿਪ ਰਹਿੰਦੀ ਹੈ। ਇਹ ਜੀ ਸਾਹਿਬ ਦੇ ਅਸਤੀਫੇ ਦੀ ਜਿੱਥੋਂ ਤੱਕ ਗੱਲ ਹੈ ਉਹ ਉਹਨਾਂ ਦੇ ਨਿੱਜੀ ਕਾਰਨ ਸੀ। ਜਿਹੜੇ ਨਵੇਂ ਏਜੀ ਵੀ ਆਏ ਆ ਵਿਨੋਦ ਕਈ ਜੀ, ਉਹ ਵੀ ਬੜੇ ਕੰਪੀਟੈਂਟ ਲਾਇਰ ਹੈ, ਈਵਨ ਦਾ ਵਨ ਆਫ ਦਾ ਬੈਸਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਨ ਆਫ ਦਾ ਬੈਸਟ ਲਾਇਰ ਹੈ। ਵਿਰੋਧੀਆਂ ਨੂੰ ਸਵਾਲ ਚੱਕਦੇ ਵਿਰੋਧੀ ਸੀਐਮ ਤੱਕ ਵੀ ਪਹੁੰਚ ਗਏ, ਕਹਿੰਦੇ ਹਾਲੇ ਤੇ ਏਜੀ ਬਦਲਿਆ, ਕਹਿੰਦਾ ਥੋੜਾ ਟਾਈਮ ਘੱਟੋ ਜੇ ਦਿੱਲੀ ਵਾਲੇ ਨੇ ਸੀਐਮ ਵੀ ਬਦਲ ਦੇਣਾ। ਤੋ ਇਹ ਅਨਨੈਸੈਸਰੀ ਕਿਆਸਰਾਈਆਂ ਸਿਰਫ ਤੇ ਸਿਰਫ ਹੈਡਲਾਈਨਾਂ ਬਣਾਉਣ ਲਈ ਇਹ ਲੋਕ ਅਨਾਪ ਸ਼ਨਾਪ ਬਿਆਨ ਦੇ ਦਿੰਦੇ ਆ। ਨਵੇਂ ਏਜੀ ਉਹ ਨੇ ਕਈ ਸਰਕਾਰ ਦੇ ਖਿਲਾਫ ਵੀ ਜਿਹੜੇ ਨੇ ਉਹਨਾਂ ਨੇ ਕੇਸ ਲੜੇ ਨੇ, ਔਰ ਖਾਸ ਤੌਰ ਤੇ ਸਿੱਖਾਂ ਦੇ ਨਾਲ ਜੁੜਿਆ ਹੋਇਆ ਮਸਲਾ, ਬੇਦਬੀ ਦਾ ਮਸਲਾ, ਰਾਮ ਰਹੀਮ ਦਾ ਨਾਮ। ਜਿਹੜਾ ਕੰਪੀਟੈਂਟ ਹੋਊਗਾ ਜਾਂ ਜਿਹੜਾ ਐਕਸਪਰਟ ਹੋਊਗਾ ਉਹਦੀ ਹੀ ਜਿਹੜੀ ਆ ਮਾਰਕੀਟ 'ਚ ਵੈਲਿਊ ਜ਼ਿਆਦਾ ਰਹੂਗੀ। ਸੋ ਨੋ ਡਾਊਟ ਉਹ ਉਹਨਾਂ ਦੇ ਕਲਾਇੰਟੇਜ ਜਿਹੜੇ ਆ ਉਹ ਰਹੇ ਆ ਜਿਨ੍ਹਾਂ ਦੇ ਖਿਲਾਫ ਪੰਜਾਬ ਵੱਲੋਂ ਕੇਸ ਚੱਲ ਰਿਹਾ, ਨੋ ਡਾਊਟ, ਇਹ 'ਚ ਮੈਂ ਮੁਨਕਰ ਨਹੀਂ ਹੁੰਦਾ। ਤੇ ਕਾਂਗਰਸ ਦੇ ਪੀ ਚਿਦੰਬਰਮ ਵਿਕਰਮ ਮਜੀਠੀਆ ਸਾਹਿਬ ਦੇ ਵਕੀਲ ਹੈ, ਕਪਿਲ ਸਿੱਬਲ ਜੀ ਜਿਹੜੇ ਆ ਉਹ ਬੀਜੇਪੀ ਦੇ ਲੀਡਰਾਂ ਦੇ ਵਕੀਲ ਰਹੇ ਆ। ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਆ, ਔਰ ਖਹਿਰਾ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਵੀ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ Z+ ਸਿਕਿਉਰਿਟੀ ਮਿਲਦੀ ਹੈ। ਸਤਿ ਸ਼੍ਰੀ ਅਕਾਲ, ਔਨ 에ਅਰ ਵੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ। ਪੰਜਾਬ ਦੇ ਵਿੱਚ ਨਵੀਂ ਸਰਕਾਰ ਬਣਦੀ ਹੈ, ਕਈਆਂ ਆਸਾਂ ਭਰੀਆਂ ਜਿਹੜੀ ਸਰਕਾਰ ਜਿਹੜੀ ਕਹਿ ਸਕਦੇ ਆ ਇਹ ਹੋਣ ਵਾਲੀ ਸੀ, ਔਰ ਉਸ ਤੋਂ ਬਾਅਦ ਕਈ ਉਮੀਦਾਂ ਦੇ ਨਾਲ ਇਹ ਸਰਕਾਰ ਜਿਹੜੀ ਨਵੀਂ ਬਣੀ, ਔਰ ਖਾਸ ਤੌਰ ਤੇ ਬਦਲਾਅ ਦੇ ਨਾਮ ਤੋਂ ਜਿਹੜੀ ਉਹ ਸਰਕਾਰ ਬਣੀ। ਲੇਕਿਨ ਕਿੰਨਾ ਕੁ ਬਦਲਾਅ ਜਿਹੜਾ ਇਹਨਾਂ ਕੁ ਸਮਿਆਂ ਦੇ ਵਿੱਚ ਹੋਇਆ, ਜਿਹਨੂੰ ਲੈ ਕੇ ਸਰਕਾਰ ਦੇ ਉੱਪਰ ਕਾਫੀ ਸਵਾਲ ਜਿਹੜੇ ਉਹ ਖੜੇ ਹੋ ਰਹੇ ਲਗਾਤਾਰ। ਔਰ ਕੱਲ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਐਡਵੋਕੇਟ ਜਨਰਲ ਦਾ ਅਸਤੀਫਾ ਆਉਂਦਾ, ਉਸ ਨੂੰ ਲੈ ਕੇ ਕਈ ਸਵਾਲ ਜਿਹੜੇ ਨੇ ਉਹ ਸਰਕਾਰ ਦੇ ਉੱਪਰ ਵੀ ਖੜੇ ਹੋ ਰਹੇ ਨੇ, ਔਰ ਖਾਸ ਤੌਰ ਤੇ ਵਿਰੋਧੀਆਂ ਨੂੰ ਘੇਰਨ ਦਾ ਸਮਾਂ ਜਿਹੜਾ ਉਹ ਹੋਰ ਮਿਲ ਗਿਆ, ਔਰ ਵਿਰੋਧੀ ਲਗਾਤਾਰ ਜਿਹੜੇ ਸਵਾਲਾਂ ਦੇ ਨਿਸ਼ਾਨੇ ਜਿਹੜੇ ਨੇ ਉਹ ਨਵੀਂ ਸਰਕਾਰ ਦੇ ਉੱਪਰ ਤਾਣਦੇ ਨਜ਼ਰ ਆ ਰਹੇ ਨੇ। ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਮੇਰੇ ਨਾਲ ਮੌਜੂਦ ਨੇ, ਮਾਲਵਿੰਦਰ ਕੰਗ ਸਾਹਿਬ। ਬਦਲਾਵ ਦੇ ਨਾਮ ਦੀ ਸਰਕਾਰ ਸੀ, ਲੇਕਿਨ ਜਦੋਂ ਏਜੀ ਅਸਤੀਫਾ ਦਿੰਦੇ ਨੇ ਤੇ ਵਿਰੋਧੀ ਕਾਫੀ ਘੇਰ ਰਹੇ ਨੇ ਕਿ 3 ਮਹੀਨੇ 4 ਮਹੀਨੇ 'ਚ ਜਿਹੜਾ ਏਜੀ ਅਸਤੀਫਾ ਦੇ ਗਏ। ਦੇਖੋ, ਏਜੀ ਸਾਹਿਬ ਦੇ ਅਸਤੀਫੇ ਦੀ ਜਿੱਥੋਂ ਤੱਕ ਗੱਲ ਹੈ ਉਹ ਉਹਨਾਂ ਦੇ ਨਿੱਜੀ ਕਾਰਨ ਸੀ, ਔਰ ਇਸ ਕਰਕੇ ਉਹਨਾਂ ਨੇ ਰਿਜ਼ਾਈਨ ਕੀਤਾ। ਹਾਲਾਂਕਿ ਉਹਨਾਂ ਨੇ ਪਿਛਲੇ 4 ਮਹੀਨੇ 'ਚ 23 ਮਾਰਚ ਤੋਂ ਉਹਨਾਂ ਦੀ ਅਪਾਇੰਟਮੈਂਟ ਹੋਈ ਹੈ, ਆਲਮੋਸਟ 23 ਮਾਰਚ ਨੂੰ ਜਾਂ 24 ਨੂੰ ਲਗਾਤਾਰ ਉਹਨਾਂ ਨੇ ਅੱਛਾ ਕੰਮ ਕੀਤਾ ਹੈ। ਲੇਕਿਨ ਹੁਣ ਕਿਸੇ ਇਨਸਾਨ ਦੇ ਅਗਰ ਕੋਈ ਨਿੱਜੀ ਕੋਈ ਕਾਰਨ ਹੋ ਸਕਦੇ ਆ ਜਾਂ ਜੋ ਮਜਬੂਰੀਆਂ ਹੋ ਸਕਦੀਆਂ, ਤਾਂ ਮੈਨੂੰ ਲੱਗਦਾ ਹੈ ਵੀ ਉਹਨੂੰ ਇਸ ਤਰੀਕੇ ਨਾਲ, ਜਿਸ ਤਰੀਕੇ ਨਾਲ ਸਾਡੇ ਵਿਰੋਧੀ ਹੋ ਹੱਲਾ ਕਰ ਰਿਹਾ। ਗੱਲ ਤਾਂ ਇਹ ਆ ਵੀ ਪੰਜਾਬ ਸਰਕਾਰ ਦਾ ਲਾਅ ਆਫਿਸ, ਮਾਣਯੋਗ ਕੋਰਟਸ ਜਿਹੜੇ ਆ, ਸਾਡੀਆਂ ਅਦਾਲਤਾਂ ਆ, ਅਗਰ ਉਹਨਾਂ 'ਚ ਆਪਣਾ ਪੱਖ ਮਜ਼ਬੂਤੀ ਨਾਲ ਨਹੀਂ ਰੱਖ ਰਿਹਾ ਫਿਰ ਤਾਂ ਸਾਡੇ 'ਤੇ ਸਵਾਲ ਉੱਠਣਗੇ। ਲੇਕਿਨ ਉਸ ਮਾਮਲੇ 'ਚ ਅਸੀਂ ਪੂਰੀ ਤਨਦੇਹੀ ਨਾਲ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਕੰਮ ਕਰ ਰਹੀ ਹੈ। ਔਰ ਜਿਹੜੇ ਨਵੇਂ ਏਜੀ ਵੀ ਆਏ ਆ ਵਿਨੋਦ ਕਈ ਜੀ, ਉਹ ਵੀ ਬੜੇ ਕੰਪੀਟੈਂਟ ਲਾਇਰ ਹੈ, ਈਵਨ ਦਾ ਵਨ ਆਫ ਦਾ ਬੈਸਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਨ ਆਫ ਦਾ ਬੈਸਟ ਲਾਇਰ ਹੈ। ਸੋ ਮੈਨੂੰ ਲੱਗਦਾ ਨਹੀਂ ਹੈ ਵੀ ਇਹਨੂੰ ਇਸ ਤਰੀਕੇ ਨਾਲ ਕ੍ਰਿਟੀਸਾਈਜ਼ ਕਰਨਾ ਚਾਹੀਦਾ ਹੈ। ਗੱਲ ਤੇ ਆ ਵੀ ਰਿਜ਼ਲਟ ਕੀ ਆ ਜਾਂ ਤੁਹਾਡੀ ਜਿਹੜੀ ਡਿਊਟੀ ਆ ਉਹ ਤੁਸੀਂ ਕਿਸ ਤਰ੍ਹਾਂ ਨਿਭਾ ਰਹੇ ਹੋ, ਉਹਦੇ ਪ੍ਰਤੀ ਮੈਨੂੰ ਲੱਗਦਾ ਸਰਕਾਰ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਰਹੀ ਹੈ। ਏਜੀ ਸਾਹਿਬ ਦੇ ਨਿੱਜੀ ਕਾਰਨ ਰਹੇ, ਲੇਕਿਨ ਕਿਤੇ ਨਾ ਕਿਤੇ ਹੁਣ ਵਿਰੋਧੀਆਂ ਨੂੰ ਸਵਾਲ ਚੱਕਦੇ ਵਿਰੋਧੀ ਸੀਐਮ ਤੱਕ ਵੀ ਪਹੁੰਚ ਗਏ, ਕਹਿੰਦੇ ਹਾਲੇ ਤੇ ਏਜੀ ਬਦਲਿਆ, ਕਹਿੰਦਾ ਥੋੜਾ ਟਾਈਮ ਘੱਟੋ ਜੇ ਦਿੱਲੀ ਵਾਲੇ ਨੇ ਸੀਐਮ ਵੀ ਬਦਲ ਦੇਣਾ। ਚਲੋ ਇਹਨਾਂ ਤੇ ਮੈਂ ਉਹਨਾਂ ਨੂੰ ਕਹਾਂ, ਮੁੱਖ ਮੰਤਰੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਭ ਤੋਂ ਵੱਡੇ ਲੀਡਰ ਨੇ, ਸਾਡੇ ਮਾਣਯੋਗ ਮੁੱਖ ਮੰਤਰੀ ਹੈ, ਔਰ ਅਰਵਿੰਦ ਕੇਜਰੀਵਾਲ ਜੀ ਦੇ ਸਭ ਤੋਂ ਵੱਧ ਵਿਸ਼ਵਾਸ ਪਾਤਰ ਹੈ, ਸਭ ਤੋਂ ਪੁਰਾਣੀ ਪਾਰਟੀ ਦੇ ਸੰਘਰਸ਼ ਉਹ ਕਰ ਰਹੇ ਆ। ਸੋ ਇਹ ਅਨਨੈਸੈਸਰੀ ਕਿਆਸਰਾਈਆਂ ਸਿਰਫ ਤੇ ਸਿਰਫ ਹੈਡਲਾਈਨਾਂ ਬਣਾਉਣ ਲਈ ਇਹ ਲੋਕ ਅਨਾਪ ਸ਼ਨਾਪ ਬਿਆਨ ਦੇ ਦਿੰਦੇ ਆ। ਸੋ ਇਹ ਬੇਸਲੈਸ ਐਲੀਗੇਸ਼ਨ।
ਨਵੇਂ ਏਜੀ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਨੇ, ਕਹਿੰਦੇ ਨਵੇਂ ਏਜੀ ਉਹ ਨੇ ਕਈ ਸਰਕਾਰ ਦੇ ਖਿਲਾਫ ਵੀ ਜਿਹੜੇ ਨੇ ਉਹਨਾਂ ਨੇ ਕੇਸ ਲੜੇ ਨੇ, ਔਰ ਖਾਸ ਤੌਰ ਤੇ ਸਿੱਖਾਂ ਦੇ ਨਾਲ ਜੁੜਿਆ ਹੋਇਆ ਮਸਲਾ, ਬੇਦਬੀ ਦਾ ਮਸਲਾ, ਰਾਮ ਰਹੀਮ ਦਾ ਨਾਮ ਔਰ ਉਸ ਦਾ ਕੇਸ ਲੜਨਾ ਕਿਤੇ ਨਾ ਕਿਤੇ ਵਕੀਲ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਦੇ ਵਿੱਚ ਕਾਫੀ ਰੋਸ਼ ਜਿਹੜਾ ਵੇਖਣ ਨੂੰ ਮਿਲ ਰਿਹਾ। ਲੱਗਦਾ ਨਹੀਂ ਕਿ ਇਹ ਵੀ ਸਟੈਪ ਕਿਤੇ ਨਾ ਕਿਤੇ ਸਰਕਾਰ ਨੂੰ ਭਾਰੀ ਪੈ ਸਕਦਾ? ਦੇਖੋ, ਕੋਈ ਵੀ ਲਾਇਰ ਹੈ ਜਿਹੜਾ ਚੰਗਾ ਵਕੀਲ ਹੈ, ਉਹਨੂੰ ਅਲੱਗ-ਅਲੱਗ ਲੈਵਲ ਤੇ ਕੋਈ ਨਾ ਕੋਈ ਹਾਇਰ ਕਰਦਾ ਕਿਸੇ ਟਾਈਮ। ਜਿਹੜਾ ਕੰਪੀਟੈਂਟ ਹੋਊਗਾ ਜਾਂ ਜਿਹੜਾ ਐਕਸਪਰਟ ਹੋਊਗਾ ਉਹਦੀ ਹੀ ਜਿਹੜੀ ਆ ਮਾਰਕੀਟ 'ਚ ਵੈਲਿਊ ਜ਼ਿਆਦਾ ਰਹੂਗੀ ਨਾ। ਸੋ ਨੋ ਡਾਊਟ ਉਹ ਉਹਨਾਂ ਦੇ ਕਲਾਇੰਟੇਜ ਜਿਹੜੇ ਆ ਉਹ ਰਹੇ ਆ ਜਿਨ੍ਹਾਂ ਦੇ ਖਿਲਾਫ ਪੰਜਾਬ ਵੱਲੋਂ ਕੇਸ ਚੱਲ ਰਿਹਾ, ਨੋ ਡਾਊਟ, ਇਹ 'ਚ ਮੈਂ ਮੁਨਕਰ ਨਹੀਂ ਹੁੰਦਾ। ਲੇਕਿਨ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹੁੰਦਾ ਆ ਵੀ ਜਿਹੜੇ ਵਿਨੋਦ ਘਈ ਜੀ ਆ, ਵਨ ਆਫ ਦਾ ਬੈਸਟ ਕ੍ਰਿਮੀਨਲ ਲਾਇਰ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਮੋਸਟ ਕੰਪੀਟੈਂਟ ਲਾਇਰ ਹੈ। ਔਰ ਜਦੋਂ ਪੰਜਾਬ ਸਰਕਾਰ ਦੇ ਉਹ ਪੈਨਲ ਤੇ ਆ ਗਏ, ਪੰਜਾਬ ਸਰਕਾਰ ਦੇ ਲਾਅ ਆਫਿਸ ਦੇ ਮੁਖੀਆ ਬਣ ਗਏ, ਤੇ ਉਹ ਜਿਹੜੀ ਜਿੱਥੇ ਇੰਟਰਸਟ ਕਲੈਸ਼ ਕਰਨਗੇ ਉਹ ਸਾਰੇ ਕੇਸ ਉਹ ਵੈਸੇ ਹੀ ਛੱਡਣਗੇ। ਇੱਕ ਮੁਸੀਬਤ ਕਿਤੇ ਨਾ ਕਿਤੇ ਖੜੀ ਜ਼ਰੂਰ ਹੋਗੀ, ਕਿਉਂਕਿ ਸਿੱਖ ਜਥੇਬੰਦੀ ਵਿਰੋਧ ਕਰ ਰਹੀ ਹੈ, ਕਹਿੰਦੇ ਕਿ ਜੇ ਲਾਓਗੇ ਤਾਂ ਅਸੀਂ ਤੁਹਾਡੇ ਖਿਲਾਫ ਧਰਨਾ ਖੋਲ ਦਾਂਗੇ। ਕਿਹੜਾ ਵਕੀਲ ਹੈ ਜਿਹੜਾ ਮੰਨ ਲਓ ਹੁਣ ਅੱਜ ਅਕਾਲੀ ਦਲ ਸਭ ਤੋਂ ਵੱਧ ਕਾਂਗਰਸ ਦੇ ਖਿਲਾਫ ਲੜਦਾ ਰਿਹਾ, ਤੇ ਕਾਂਗਰਸ ਦੇ ਪੀ ਚਿਦੰਬਰਮ ਵਿਕਰਮ ਮਜੀਠੀਆ ਸਾਹਿਬ ਦੇ ਵਕੀਲ ਹੈ। ਕਪਿਲ ਸਿੱਬਲ ਜੀ ਜਿਹੜੇ ਆ ਉਹ ਬੀਜੇਪੀ ਦੇ ਲੀਡਰਾਂ ਦੇ ਵਕੀਲ ਰਹੇ ਆ। ਅਰੁਣ ਜੇਤਲੀ ਜੀ, ਮਰਹੂਮ ਅਰੁਣ ਜੇਤਲੀ ਜੀ, ਉਹ ਕਾਂਗਰਸ ਦੇ ਕਈ ਲੀਡਰਾਂ ਦੇ ਵਕੀਲ ਰਹੇ, ਕਾਂਗਰਸ ਸਰਕਾਰਾਂ ਦੇ ਵਕੀਲ ਹੋ ਰਹੇ ਆ। ਸੋ ਪ੍ਰੋਫੈਸ਼ਨਲ ਹੋਣਾ ਅਲੱਗ ਗੱਲ ਹੈ, ਰਾਜਨੀਤੀ ਅਲੱਗ ਗੱਲ ਹੈ। ਵਿਨੋਦ ਘਈ ਜੀ ਰਾਜਨੀਤਿਕ ਤੌਰ ਤੇ ਕਿਸੇ ਨਾਲ ਨਹੀਂ ਜੁੜੇ। ਹਾਂ, ਪ੍ਰੋਫੈਸ਼ਨਲੀ ਉਹਨਾਂ ਦੀ ਕਲਾਇੰਟੇਜ ਜਿਹੜੀ ਸੀਗੀ ਉਹ ਜਿੱਥੇ ਪੰਜਾਬ ਸਰਕਾਰ ਨਾਲ ਇੰਟਰਸਟ ਕਲੈਸ਼ ਕਰਨਗੇ, ਉਹਨਾਂ ਦੇ ਆਫਿਸ ਦੇ ਇੰਟਰਸਟ ਕਲੈਸ਼ ਕਰਨਗੇ, ਡੈਫੀਨੇਟਲੀ ਉਹਨੂੰ ਉਹ ਪਹਿਲਾਂ ਉਹ ਛੱਡ ਦੇਣਗੇ ਔਰ ਪੰਜਾਬ ਦੇ ਜਿਹੜੇ ਪੱਖ ਮਜ਼ਬੂਤੀ ਨਾਲ ਰੱਖਣ। ਆਮ ਆਦਮੀ ਪਾਰਟੀ ਰਾਜਨੀਤੀ ਬਦਲਣ ਦੀ ਗੱਲ ਕਰਦੀ ਸੀ, ਰਾਜਨੀਤੀ ਬਦਲੀ ਹੈ? ਕਿਉਂਕਿ ਲਗਾਤਾਰ ਹੁਣ ਵਿਰੋਧੀ ਕਹਿੰਦੇ ਨੇ ਕਿ 92 ਦੀ 92 ਭੇਡਾਂ ਨੇ, ਕਹਿੰਦੇ ਦਿੱਲੀ ਵਾਲੇ ਜਿੱਥੇ ਨੂੰ ਤੁਰਦੇ ਨੇ ਉਧਰ ਨੂੰ ਤੁਰ ਜਾਂਦੀਆਂ ਨੇ। ਦੇਖੋ, ਰਾਜਨੀਤੀ ਬਦਲਣ ਤੋਂ ਜਿਹੜਾ ਭਾਵ ਕੀ ਆ, ਪਿਛਲੇ ਸਾਲਾਂ 'ਚ ਅਗਰ ਸਰਕਾਰ ਕੋਈ ਬਣਦੀ ਸੀ, ਚਾਹੇ ਉਹ ਬਾਦਲ ਸਾਹਿਬ ਦੀ ਬਣੇ ਚਾਹੇ ਕਾਂਗਰਸ ਦੀ ਬਣੇ, ਉਹਨਾਂ 'ਚ ਆ ਕੇ ਲੋਕਾਂ ਦਾ ਮਕਸਦ ਹੁੰਦਾ ਸੀ ਵੀ ਸਰਕਾਰ ਦੀ ਤਾਕਤ ਦਾ ਉਪਯੋਗ ਕਰਕੇ ਅਸੀਂ ਸਰਕਾਰੀ ਰਿਸੋਰਸ ਲੁੱਟਾਂਗੇ, ਜ਼ਮੀਨਾਂ ਦੱਬਾਂਗੇ, ਖੱਡਾਂ ਚਲਾਵਾਂਗੇ। ਬਦਲਾਵ ਇਹੀ ਆ ਵੀ ਅੱਜ ਪੰਜਾਬ ਸਰਕਾਰ ਦੀਆਂ ਜਿਹੜੀਆਂ ਸਰਕਾਰੀ ਜ਼ਮੀਨਾਂ ਆ ਉਹ ਵਾਪਸ ਲਈਆਂ ਜਾ ਰਹੀਆਂ, ਪੰਜਾਬ ਦੇ ਖਜ਼ਾਨੇ ਨੂੰ ਵਾਪਸ ਆ ਰਹੀਆਂ, ਪੰਜਾਬ ਦੀ ਸਰਕਾਰ ਕੋ ਵਾਪਸ ਆ ਰਹੀਆਂ, ਜਿਨ੍ਹਾਂ ਦੀ ਇਨਕਮ ਜਿਹੜੀ ਆ ਪੰਜਾਬ ਦੇ ਲੋਕਾਂ ਤੇ ਵਰਤੀ ਜਾਊ। ਅੱਜ ਬਦਲਾਵ ਇਹ ਆ ਵੀ ਪਹਿਲਾਂ ਇੱਕ ਐਮਐਲਏ 10-10 11-11 ਪੈਨਸ਼ਨਾਂ ਲੈ ਰਿਹਾ ਸੀ, ਇੰਪਲੋਈ ਇੱਕ ਪੈਨਸ਼ਨ ਲੈ ਰਿਹਾ, ਇੱਕ ਉਸੇ ਸਮਾਜ ਦਾ ਅੰਗ ਇੰਪਲੋਈ ਹੈ, ਉਹ ਇੱਕ ਪੈਨਸ਼ਨ ਲੈ ਰਿਹਾ, ਤੇ ਐਮਐਲਏ ਜਿਹੜਾ ਆ ਉਹ 8 10 5 7 ਜੋ ਮਤਲਬ ਅਲੱਗ-ਅਲੱਗ ਉਹਦੀ ਕੈਟੇਗਰੀ ਹੈ ਉਹ ਲੈ ਰਿਹਾ। ਮਾਨ ਸਾਹਿਬ ਦੀ ਸਰਕਾਰ ਨੇ, ਆਮ ਆਦਮੀ ਪਾਰਟੀ ਨੇ ਉਹ ਸਮਾਨਤਾ ਦੇ ਅਧਿਕਾਰ, ਇੱਕ ਐਮਐਲਏ ਇੱਕ ਪੈਨਸ਼ਨ ਦਿੱਤੀ। ਇਹ ਬਦਲਾਵ ਹੈ, ਹੋਰ ਕੀ ਆ। ਅੱਜ ਇੱਕ ਵੀ ਸਾਡਾ ਐਮਐਲਏ, ਇੱਕ ਵੀ ਮੰਤਰੀ ਕਿਸੇ ਖੱਡ 'ਚ ਹਿੱਸੇਦਾਰ ਹੈ, ਕਿਸੇ ਸ਼ਰਾਬ ਦੇ ਠੇਕੇ 'ਚ ਹਿੱਸੇਦਾਰ ਹੈ, ਕਿਸੇ ਬੱਸ 'ਚ ਹਿੱਸੇਦਾਰ ਹੈ, ਤੇ ਫਿਰ ਅਸੀਂ ਜ਼ਿੰਮੇਵਾਰ ਹੈ। ਇਹ ਬਦਲਾਵ ਨਹੀਂ ਹੈ। ਪਹਿਲਾਂ ਸਾਰੀ ਜਿਹੜੀ ਸਰਕਾਰ ਦੇ ਵੱਡੇ ਲੀਡਰ ਹੁੰਦੇ ਸੀ, ਜਾਂ ਉਹਨਾਂ ਦੇ ਟਰਾਂਸਪੋਰਟ ਹੁੰਦੇ ਸੀ, ਜਾਂ ਖੱਡਾਂ ਹੁੰਦੀਆਂ ਸੀ, ਜਾਂ ਸ਼ਰਾਬ ਦੇ ਠੇਕੇ ਹੁੰਦੇ ਸੀ। ਆਮ ਆਦਮੀ ਪਾਰਟੀ ਤਾਂ ਦੱਸ ਦੇਣ। ਸੋ ਇਹ ਬਦਲਾਵ ਹੈ। ਇਹਨਾਂ ਕੋਲ ਕੁਝ ਕਹਿਣ ਲਈ ਹੈ ਨਹੀਂ। ਇਹ ਤੇ ਨਹੀਂ ਕਹਿ ਸਕਦੇ ਮੁੱਖ ਮੰਤਰੀ ਸਾਹਿਬ ਨੇ ਆਪਣੇ ਰਿਸੋਰਟ ਬਣਾ ਲਏ, ਇਹ ਵੀ ਨਹੀਂ ਕਹਿ ਸਕਦੇ ਮਾਨ ਸਾਹਿਬ ਨੇ ਬੱਸਾਂ 'ਚ ਹਿੱਸਾ ਪਾ ਲਿਆ, ਇਹ ਨਹੀਂ ਕਹਿ ਸਕਦੇ ਮਾਨ ਸਾਹਿਬ ਨੇ ਸ਼ਰਾਬ ਦੀ ਫੈਕਟਰੀ ਲਾ ਲਈ। ਤਾਂ ਇਹਨਾਂ ਕੋਲ ਲੈ ਦੇ ਕੇ ਕੀ ਰਹਿ ਗਿਆ ਜੀ? ਦਿੱਲੀੋਂ ਚੱਲ ਰਹੀ, ਦਿੱਲੀ ਸਾਡੀ ਲੀਡਰਸ਼ਿਪ ਰਹਿੰਦੀ ਹੈ। ਇਹ ਬਦਲਾਵ ਹੈ। ਅੱਜ ਪੰਜਾਬ ਦਾ 1-1 ਰੁਪਈਆ ਪੰਜਾਬ ਦੇ ਸਰਕਾਰ ਦੇ ਖਜ਼ਾਨੇ 'ਚ ਆ ਰਿਹਾ, ਜਿਹੜੇ ਪੰਜਾਬ ਦੇ ਲੋਕਾਂ ਦੇ ਵੈਲਫੇਅਰ ਤੇ ਲੱਗੂ। ਇਹ ਬਦਲਾਵ ਹੈ। ਪੰਜਾਬ ਦੇ ਕਿਸਾਨਾਂ ਨੂੰ ਪਹਿਲੀ ਵਾਰ ਮੂੰਗੀ ਦੀ ਫਸਲ ਤੇ ਐਮਐਸਪੀ ਦਿੱਤੀ, ਇਹ ਬਦਲਾਵ ਹੈ। ਪੰਜਾਬ ਦੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ 1500 ਰੁਪਏ ਇਨਸੈਂਟਿਵ ਦੇਣ ਦੀ ਸ਼ੁਰੂਆਤ ਮਾਨ ਸਾਹਿਬ ਨੇ ਕੀਤੀ, ਇਹ ਬਦਲਾਵ ਹੈ। ਹਜੇ ਹੋਰ ਬਹੁਤ ਬਦਲਾਵ ਹੋਣਗੇ। ਸਭ ਤੋਂ ਵੱਡਾ ਬਦਲਾਵ ਇਹ ਆ ਜਿਹੜੇ ਲੋਕਾਂ ਨੇ ਲੁੱਟ ਖਸੁੱਟ ਕੀਤੀ ਹੈ, ਪੰਜਾਬ ਦਾ ਸਰਮਾਇਆ ਲੁੱਟਿਆ, ਪੰਜਾਬ ਦੇ ਲੋਕਾਂ ਨੂੰ ਲੁੱਟਿਆ, ਚਾਹੇ ਪਰਲ ਵਾਲਾ ਭੰਗੂ ਹੋਵੇ, ਚਾਹੇ ਧਰਮਸੋਤ ਹੋਵੇ, ਚਾਹੇ ਈਵਨ ਸਾਡਾ ਵਿਜੇ ਸਿੰਗਲਾ ਕਿਉਂ ਨਾ ਹੋਵੇ, ਚਾਹੇ ਕੋਈ ਆਈਐਸ ਹੈ, ਚਾਹੇ ਤਹਿਸੀਲਦਾਰ ਹੈ, ਮਾਨ ਸਾਹਿਬ ਦੀ ਸਰਕਾਰ ਨੇ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਦੇਣ ਦੀ ਜਿਹੜੀ ਹੈ ਸ਼ੁਰੂਆਤ ਕਰਤੀ। ਇਸ ਤੋਂ ਵੱਡਾ ਬਦਲਾਵ ਕੀ ਹੋ ਸਕਦਾ? ਬਦਲਾਅ ਦੇ ਦੌਰਾਨ ਵਿਰੋਧੀ ਤੇ ਸਵਾਲ ਚੱਕਦੇ ਨੇ, ਲੇਕਿਨ ਸਵਾਲ ਉਹ ਵੀ ਹੁਣ ਚੱਕ ਰਹੇ ਨੇ ਜਿਹੜੇ ਤੁਹਾਡੀ ਪਾਰਟੀਆਂ ਚੋਂ ਗਏ ਨੇ, ਤੁਹਾਡੀ ਪਾਰਟੀਆਂ ਤੇ ਸੀਨੀਅਰ ਲੀਡਰਸ਼ਿਪ ਦੇ ਉੱਪਰ ਬੈਠ ਕੇ ਗਏ ਨੇ। ਸੁਖਪਾਲ ਖਹਿਰਾ ਦੀ ਗੱਲ ਕਰ ਰਿਹਾ ਮੈਂ। ਅਰਵਿੰਦ ਕੇਜਰੀਵਾਲ ਦੀ ਜੈਟ ਸਿਕਿਉਰਿਟੀ ਤੇ ਗੱਲ ਕਰਦੇ ਨੇ, ਕਹਿੰਦੇ ਜੈਟ ਸਿਕਿਉਰਿਟੀ ਦਿੱਤੀ ਹੋਈ ਹੈ, ਆਪਣੇ ਆਕਾਵਾਂ ਨੂੰ ਜਿਹੜਾ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਸੁਰੱਖਿਅਤ ਕੀਤਾ ਹੋਇਆ। ਦੇਖੋ, ਅਰਵਿੰਦ ਕੇਜਰੀਵਾਲ ਜੀ ਦਿੱਲੀ ਦੇ ਮੁੱਖ ਮੰਤਰੀ ਆ, ਔਰ ਖਹਿਰਾ ਸਾਹਿਬ ਨੂੰ ਪਤਾ ਹੋਣਾ ਚਾਹੀਦਾ ਵੀ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ Z+ ਸਿਕਿਉਰਿਟੀ ਮਿਲਦੀ ਹੈ। ਇਹ ਇੱਕ ਦੇਸ਼ ਦੀ ਸਰਕਾਰ ਦਾ, ਦੇਸ਼ ਦੇ ਸੰਵਿਧਾਨ ਦਾ ਇੱਕ ਨਿਯਮ ਹੈ, ਔਰ ਇਹ ਕੰਪਲਸ਼ਨ ਹੈ। ਇਸ ਕਰਕੇ ਹੋ ਕੀ ਰਿਹਾ ਹੈ, ਆਪਾਂ ਪਿਛਲੇ ਦਿਨਾਂ 'ਚ ਵੀ ਖਹਿਰਾ ਸਾਹਿਬ ਦਾ ਇੱਕ
ਪਿੱਛੇ ਜੇ ਸਟੇਟਮੈਂਟ ਆਈ ਸੀ ਆਖੇ ਜੀ ਉਹ ਦਿੱਲੀ ਦੇ ਇੱਕ ਹਸਪੀਟਲ ਦਾ ਜ਼ਿਕਰ ਕਰਤਾ ਜੀ ਇੱਥੇ ਬੜਾ ਬਦਹਾਲੀ ਆ। ਉਹ ਹਸਪੀਟਲ ਆਲਰੇਡੀ ਮੋਦੀ ਸਾਹਿਬ ਦੀ ਸਰਕਾਰ ਦੇ ਮਤਲਬ ਉਹਦੇ ਸੀਗਾ ਪਰਵਿਊ ਸੀ, ਮਤਲਬ ਉਹ ਦੇਸ਼ ਦੀ ਸਰਕਾਰ ਦੇ ਕਮਾਂਡ 'ਚ ਹਸਪੀਟਲ ਸੀ ਤੇ ਦੋਸ਼ ਦੇ ਰਹੇ ਸੀ ਕੇਜਰੀਵਾਲ ਸਾਹਿਬ ਨੂੰ। ਸੋ ਖਹਿਰਾ ਸਾਹਿਬ ਨੂੰ ਅਲੂਲ ਜਲੂਲ ਅਨਾਪ ਸ਼ਨਾਪ ਕੰਟਰੋਵਰਸ਼ੀਅਲ ਗੱਲ ਕਹਿ ਕੇ ਖਬਰਾਂ 'ਚ ਆਉਣ ਦਾ ਸ਼ੌਂਕ ਹੈ। ਸੋ ਉਹਨਾਂ ਨੂੰ ਮੁਬਾਰਕ। ਤੱਥਾਂ ਦੇ ਆਧਾਰ ਤੇ ਕੰਮ ਕਰਦੇ ਨੇ, ਕਿਸੇ ਨੇ ਕਿਤੇ ਡਾਕੂਮੈਂਟ ਲੈ ਕੇ ਬੈਠੇ ਸੀ ਆਰਟੀਆਈ ਲੈ ਕੇ। ਦੱਸਦੇ ਤੁਹਾਨੂੰ ਜਿਹੜੇ ਉਹ ਕੱਲ ਸਿਕਿਉਰਿਟੀ ਵਾਲਾ ਡਾਕੂਮੈਂਟ ਹੈ ਉਹ ਪੰਜਾਬ ਪੁਲਿਸ ਨੇ ਆਪ ਹੀ ਡਿਨਾਈ ਕੀਤਾ ਵੀ ਇਹ ਫੈਬਰੀਕੇਟਡ ਹੈ, ਇਹ 'ਚ ਕੋਈ ਸੱਚਾਈ ਨਹੀਂ ਹੈ। ਪ੍ਰਚਾਰ ਯਾਦ ਹੋਊਗਾ ਜੋ 2022 ਦੇ ਚੋਣਾਂ ਦੇ ਵਿੱਚ ਕੀਤਾ, ਵਿਧਾਨ ਸਭਾ ਚੋਣਾਂ ਦੇ ਵਿੱਚ ਕੀਤਾ, ਜੋ ਪ੍ਰਚਾਰ ਲਗਾਤਾਰ ਚੱਲ ਰਿਹਾ ਸੀ। ਕਦੀ ਅਰਵਿੰਦ ਕੇਜਰੀਵਾਲ ਖੰਭਿਆਂ ਦੇ ਉੱਪਰ ਜਾ ਰਹੇ ਸੀ, ਕਦੀ ਟਾਵਰਾਂ ਦੇ ਉੱਪਰ ਚੜੇ ਹੋਏ ਜਿਹੜੇ ਬੇਰੁਜ਼ਗਾਰ ਮੁਲਾਜ਼ਮਾਂ ਨੂੰ ਮਿਲ ਰਹੇ ਸੀ। ਅੱਜ ਉਹ ਕਿਤੇ ਨਾ ਕਿਸੇ ਡੰਡੇ ਖਾਂਦੇ ਪਏ ਨੇ। ਮੁੱਖ ਮੰਤਰੀ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਚੱਲ ਰਿਹਾ, ਉਸ ਨੂੰ ਲੈ ਕੇ ਕੀ ਬਦਲਾਅ ਹੋਇਆ? ਦੇਖੋ, ਮਾਨ ਸਾਹਿਬ ਨੇ ਆਉਂਦਿਆਂ ਹੀ ਫੈਸਲਾ ਕੀਤਾ ਵੀ 36,000 ਜਿਹੜੇ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨਾ, ਔਰ ਤਕਰੀਬਨ 25,000 ਦੇ ਕਰੀਬ ਨਵੀਆਂ ਵੈਕੈਂਸੀਆਂ ਕੱਢਤੀਆਂ, ਉਹ ਭਰਨੀਆਂ ਸ਼ੁਰੂ ਹੋ ਗਈਆਂ, ਜਿਹਦੇ 'ਚ 6,000 ਤੇ ਪ੍ਰਾਇਮਰੀ ਸਕੂਲ ਦੇ ਟੀਚਰ ਹੀ ਲਾ ਚੁੱਕੇ ਹਨ ਪਿਛਲੇ 4 ਮਹੀਨਿਆਂ 'ਚ। 36,000 ਪੱਕੇ ਮੁਲਾਜ਼ਮ ਜਿਹੜੇ ਪ੍ਰੋਟੈਸਟ ਕਰ ਰਹੇ, ਮੈਂ ਵੀ ਆਰ ਫੁੱਲੀ ਐਗਰੀ ਕਿ ਉਹ ਪ੍ਰੋਟੈਸਟ ਕਰ ਰਹੇ। ਅੱਜ ਵੀ ਮੁੱਖ ਮੰਤਰੀ ਜੀ ਨੇ ਇਹ ਗੱਲ ਕਹੀ, ਤੁਹਾਨੂੰ ਪ੍ਰੋਟੈਸਟ ਕਰਨ ਦੀ ਲੋੜ ਨਹੀਂ, ਉਹਨਾਂ ਦੀ ਲੜਾਈ ਮੁੱਖ ਮੰਤਰੀ ਜੀ ਲੜ ਰਹੇ ਆ। ਬੇਸਿਕਲੀ ਇਹਦੇ 'ਚ ਲੀਗਲ ਕੰਪਲਿਕੇਸ਼ਨਾਂ ਨਾ ਆਉਣ, ਇਹ ਲੋਕਾਂ ਨੂੰ ਕੱਲ ਨੂੰ ਕੋਰਟ ਕਚਹਿਰੀਆਂ ਚੱਕਰ ਨਾ ਕੱਟਣੇ ਪੈਣ, ਜਿਹੜਾ ਕਿ ਪਿਛਲੇ ਸਾਲਾਂ 'ਚ ਵੀ ਹੁੰਦਾ ਰਿਹਾ। ਲਾ ਦਿੱਤੇ ਜਾਂਦੇ ਸੀ, ਕੋਈ ਰੂਲ ਰੈਗੂਲੇਸ਼ਨ ਫੋਲੋ ਨਹੀਂ ਕੀਤਾ ਜਾਂਦਾ ਸੀ, ਕੋਈ ਦੂਸਰਾ ਬੰਦਾ ਜਾ ਕੇ ਕੋਰਟ 'ਚ ਜਾ ਕੇ ਸਟੇ ਲਿਆਉਂਦਾ ਸੀ। ਅਸੀਂ ਨਹੀਂ ਚਾਹੁੰਦੇ ਵੀ ਇਹ ਕਿਸੇ ਤਰੀਕੇ ਨਾਲ ਇਹਨਾਂ ਨੂੰ ਲੀਗਲ ਕੰਪਲਿਕੇਸ਼ਨਸ ਹੋਣ, ਇਸ ਕਰਕੇ ਇੱਕ ਸਬ ਕਮੇਟੀ ਵੀ ਕੰਮ ਕਰ ਰਹੀ ਹੈ ਚੀਮਾ ਸਾਹਿਬ ਦੀ ਅਗਵਾਈ ਵਾਲੀ, ਪੂਰੀ ਤਰ੍ਹਾਂ ਸਟ੍ਰੀਮਲਾਈਨ ਕਰਕੇ ਫੁੱਲ ਪ੍ਰੂਫ ਜਿਹੜਾ ਹੈ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਇਹ ਸਾਡਾ ਵਾਅਦਾ ਹੈ ਔਰ ਮੈਨੂੰ ਲੱਗਦਾ ਬਹੁਤ ਜਲਦੀ ਇਹ ਪ੍ਰੋਸੈਸ ਸ਼ੁਰੂ ਹੋ ਜਾਊਗਾ। ਨਸ਼ਾ ਮੁਕਤ ਪੰਜਾਬ ਬਣਾਉਣ ਦੀ ਗੱਲ ਕਰਦੇ ਸੀ, ਕਹਿੰਦੇ ਨਸ਼ਾ ਬਿਲਕੁਲ ਹੀ ਮੁਕਤ ਕਰ ਦਾਂਗੇ। ਕਿਸੇ ਨੇ ਗੁਟਕਾ ਸਾਹਿਬ ਤੇ ਸਹੁੰ ਰੱਖ ਕੇ ਹੱਥ ਰੱਖ ਕੇ ਕਸਮ ਖਾਧੀ ਤੇ ਕਿਸੇ ਨੇ ਹੁਣ ਸਰਕਾਰ ਬਣਨ ਤੋਂ ਪਹਿਲਾਂ ਕਿ ਨਸ਼ਾ ਮੁਕਤ ਪੰਜਾਬ ਬਣ ਜਾਊਗਾ। ਲੇਕਿਨ ਸ਼ਰਾਬ ਦੇ ਰੇਟ ਸਸਤੇ ਕਰਨਾ ਔਰ ਇਸ ਤਰੀਕੇ ਦੇ ਨਾਲ ਚਿੱਟਾ, ਕਿਉਂਕਿ ਚਿੱਟੇ ਦੇ ਸੁਦਾਗਰ ਤੁਸੀਂ ਕਹਿੰਦੇ ਹੋ ਕਿ ਅੰਦਰ ਹੋ ਗਏ, ਹਲੇ ਜੇਲ੍ਹਾਂ ਦੇ ਵਿੱਚ ਨੇ, ਲੇਕਿਨ ਹੁਣ ਵੀ ਲਗਾਤਾਰ ਜਿਹੜੇ ਚਿੱਟੇ ਦੇ ਨਾਲ ਮੌਤਾਂ ਲਗਾਤਾਰ ਹੋ ਰਹੀਆਂ, ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਪੰਜਾਬ ਦੇ ਨੌਜਵਾਨਾਂ ਦੀ, ਉਸ ਤਰੀਕੇ ਦਾ ਕਿੱਦਾਂ ਵੇਖਦੇ ਹੋ ਕਿ ਬਦਲਾਅ ਵਾਕਈ ਹੋਇਆ, ਕਿ ਬਦਲਾਅ ਸੀਗਾ, ਕਿ ਇਹ ਬਦਲਾਅ ਦੀ ਘੜੀ ਆਈ? ਕਿਉਂਕਿ ਹੁਣ ਤੇ ਜਿਹੜੇ ਸੁਦਾਗਰ ਕਹਿੰਦੇ ਸੀ ਉਹ ਵੀ ਅੰਦਰ ਨੇ। ਨਹੀਂ, ਮੈਂ ਐਵੇਂ ਕਹਾਂ ਵੀ ਨਸ਼ੇ ਦਾ ਜਿਹੜਾ ਕ੍ਰਾਈਸਿਸ ਉਹ ਖਤਮ ਹੋ ਗਿਆ, ਨਹੀਂ ਹੋਇਆ ਹੈਗਾ। ਜਿਸ ਤੱਕ ਸ਼ਰਾਬ ਦੀ ਤੁਸੀਂ ਗੱਲ ਕੀਤੀ, ਸ਼ਰਾਬ ਦਾ ਕੀ ਹੋ ਰਿਹਾ ਸੀ, ਸ਼ਰਾਬ 'ਚ ਕੁਝ ਪਰਿਵਾਰ ਜਿਹੜੇ ਆ ਸਿੰਡੀਕੇਟ ਬਣਾ ਕੇ, ਕੁਝ ਅਦਾਰੇ ਗਿਣੇ ਚੋੜੇ ਜਿਹੜੇ ਰਾਜਨੀਤੀ 'ਚ ਵੀ ਦਖਲਅੰਦਾਜ਼ੀ ਪੂਰੀ ਸੀ ਤੇ ਪੂਰਾ ਜਿਹੜਾ ਐਕਸਾਈਜ਼ ਮਹਿਕਮੇ ਤੇ ਵੀ ਉਹਨਾਂ ਦਾ ਕੰਟਰੋਲ ਸੀ। ਪੰਜਾਬ ਦੇ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਸੀ, ਪੰਜਾਬ ਦੇ ਲੋਕਾਂ ਨੂੰ ਮਹਿੰਗੀ ਸ਼ਰਾਬ ਮਿਲ ਰਹੀ ਸੀ, ਪੰਜਾਬ 'ਚ ਬਾਰਡਰ ਏਰੀਏ ਤੋਂ ਸ਼ਰਾਬ ਜਿਹੜੀ ਹਰਿਆਣਾ ਚੰਡੀਗੜ੍ਹ 'ਚ ਸਮਗਲ ਹੋ ਰਹੀ ਸੀ, ਸਮਗਲਿੰਗ ਦੇ ਰਾਹੀਂ ਆ ਰਹੀ ਸੀ। ਮਾਨ ਸਾਹਿਬ ਦੀ ਸਰਕਾਰ ਨੇ ਇੱਕ ਤੇ ਪੰਜਾਬ ਐਕਸਾਈਜ਼ ਦਾ ਜਿਹੜਾ ਸਾਡਾ ਆਪਣਾ ਰੈਵਨਿਊ ਆ, ਉਹ ਤਕਰੀਬਨ ਜਿਹੜਾ 6,500 ਕਰੋੜ ਸੀ, ਉਹ 10,000 ਕਰੋੜ ਤੇ ਪਹੁੰਚ ਜੂਗਾ ਇਸ ਵਾਰ। ਸਾਡਾ ਜਿਹੜਾ ਟੀਚਾ ਹੈ ਸ਼ਰਾਬ ਸਸਤੀ ਹੋਊਗੀ, ਲੇਕਿਨ ਸ਼ਰਾਬ ਦੀ ਜਿਹੜੀ ਇਲੀਗਲ ਜਿਹੜੀ ਐਂਟਰੀ ਸੀ ਉਹ ਬੰਦ ਹੋਈ ਹੈ ਜਿਹੜੀਆਂ ਬਾਰਡਰ ਸਟੇਟਾਂ ਤੋਂ। ਸੋ ਇੱਕ ਚੈੱਕ ਲਾਇਆ, ਇਸ ਕਰਕੇ ਇਹਦੇ 'ਚ ਪੰਜਾਬ ਦੇ ਲੋਕਾਂ ਦਾ ਵੀ ਫਾਇਦਾ, ਪੰਜਾਬ ਸਰਕਾਰ ਦਾ ਵੀ ਫਾਇਦਾ, ਔਰ ਲੋਕਾਂ ਨੂੰ ਵੀ ਕੁਆਲਿਟੀ ਆਫ ਜਿਹੜੀ ਸ਼ਰਾਬ ਚੰਗੀ ਮਿਲੂਗੀ। ਇੱਕ ਗੱਲ ਨਸ਼ਿਆਂ ਨੂੰ ਲੈ ਕੇ ਦੇਖੋ, ਨੋ ਡਾਊਟ ਨਸ਼ਾ ਜਿਹੜਾ ਮਾਮਲਾ ਹੈ ਇਹ ਬੜਾ ਗੰਭੀਰ ਹੈ, ਔਰ ਨਸ਼ੇ ਜਿਹੜੇ ਆ ਬੜੀ ਡੀਪ ਜਿਹੜੀ ਹੈ ਇਹਨਾਂ ਦੀ ਜਿਹੜੀ ਐਂਟਰੀ ਹੋ ਚੁੱਕੀ ਹੈ, ਔਰ ਇਹ 'ਚ ਇੱਕ ਨੈਕਸਸ ਕੰਮ ਕਰਦਾ। ਲੇਕਿਨ ਸਾਡਾ ਔਰ ਪਿਛਲੀਆਂ ਸਰਕਾਰਾਂ ਦਾ ਇਹ ਫਰਕ ਹੈ ਵੀ ਹੁਣ ਪੰਜਾਬ ਪੁਲਿਸ ਦੇ ਕਹਿਣ ਤੇ ਕਦੀ ਗੁਜਰਾਤ 'ਚ ਨਸ਼ੇ ਦੀ ਖੇਪ ਫੜੀ ਜਾ ਰਹੀ, ਕਦੀ ਮਹਾਰਾਸ਼ਟਰ ਫੜੀ ਜਾ ਰਹੀ, ਔਰ ਪੰਜਾਬ ਪੁਲਿਸ ਦੇ ਡੀਜੀ ਸਾਹਿਬ ਗੌਰਵ ਯਾਦਵ ਜੀ ਖੁਦ ਜਿਹੜਾ ਅਗਵਾਈ ਕਰ ਰਹੇ ਆ। ਸੋ ਮੈਨੂੰ ਲੱਗਦਾ ਇਹਦੇ 'ਚ ਥੋੜ੍ਹਾ ਜਿਹਾ ਟਾਈਮ ਜ਼ਰੂਰ ਲੱਗੂਗਾ, ਕਿਉਂਕਿ ਇਹ ਡੀਪ ਰੂਟਡ ਜਿਹੜੀ ਹੈ ਇਹ ਪ੍ਰੋਬਲਮ ਹੈ। ਜੇ ਮੈਂ ਕਹਾਂ ਵੀ ਅਸੀਂ ਰਾਤੋਂ ਰਾਤ ਇਹ ਸਾਰੀਆਂ ਚੀਜ਼ਾਂ ਬਦਲ ਦਈਏ, ਇਹ ਪੋਸੀਬਲ ਵੀ ਨਹੀਂ ਹੈ। ਸੋ ਇੰਨਾ ਜ਼ਰੂਰ ਹੈ ਕਿ ਪੰਜਾਬ ਦੇ ਲੋਕਾਂ ਨਾਲ ਕੀਤਾ ਵਾਅਦਾ ਅਸੀਂ, ਚਾਹੇ ਨਸ਼ਿਆਂ ਨੂੰ ਲੈ ਕੇ ਆ, ਚਾਹੇ ਆਰਗੇਨਾਈਜ਼ ਕ੍ਰਾਈਮ ਨੂੰ ਆ, ਡਰੱਗ ਨੂੰ ਲੈ ਕੇ, ਉਹ ਕਰਾਂਗੇ। ਔਰ ਉਹਦਾ ਇੱਕ ਹੋਰ ਵੀ ਕਾਰਨ ਹੈ, ਪਿਛਲੇ ਜਿਹੜੀਆਂ ਪਾਰਟੀਆਂ ਸੀ ਦੋਨੋਂ ਵੱਡੀਆਂ, ਅਕਾਲੀ ਦਲ ਬਾਦਲ ਔਰ ਕਾਂਗਰਸ, ਇਹ ਆਪ ਇਨਵੋਲਵ ਰਹੇ ਆ। ਸਾਡਾ ਲੀਡਰ ਕੋਈ ਨਸ਼ੇ ਵਿਕਾਉਣ 'ਚ ਜਾਂ ਗੈਂਗਸਟਰ ਨੂੰ ਪੈਟਰੋਨੇਜ ਕਰਨ 'ਚ ਕਿਤੇ ਆਉਂਦਾ ਹੈ ਤੇ ਅਸੀਂ ਜਵਾਬ ਦੇ। ਸੋ ਸਾਡੇ ਮੁੱਖ ਮੰਤਰੀ ਜੀ ਦੀ ਮਨਸ਼ਾ ਬੜੀ ਸਾਫ਼ ਹੈ, ਉਹਨਾਂ ਨੇ ਕਿਸੇ ਦਾ ਫੇਵਰ ਨਹੀਂ ਕਰਨਾ, ਕਿਸੇ ਦੀ ਸਿਫਾਰਿਸ਼ ਨਹੀਂ ਕਰਨੀ, ਔਰ ਉਹ ਚਾਹੁੰਦੇ ਆ, ਉਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ। ਲੇਕਿਨ ਟਾਈਮ ਲੱਗੂਗਾ, ਮੈਨੂੰ ਲੱਗਦਾ ਅਗਲੇ 1-2 ਸਾਲਾਂ 'ਚ ਸਥਿਤੀਆਂ ਬਹੁਤ ਬਦਲਣਗੀਆਂ। ਗੈਂਗਸਟਰ ਦੀ ਤੁਸੀਂ ਗੱਲ ਕੀਤੀ,
ਕਿਤੇ ਨਾ ਕਿਤੇ ਸਵਾਲ ਜ਼ਰੂਰ ਮਨ ਦੇ ਵਿੱਚ ਆਉਂਦਾ ਕਿ ਜਿਸ ਤਰੀਕੇ ਨਾਲ ਐਨਕਾਊਂਟਰ ਹੋਇਆ, ਦੋਨੋਂ ਜਿਹੜੇ ਮੁੰਡੇ ਸੀਗੇ ਤਰਨਤਾਰਨ ਦੇ ਲਾਗੇ ਦੇ ਸੀਗੇ, ਇੱਕ ਮੋਗੇ ਦਾ ਸੀਗਾ, ਇੱਕ ਤਰਨਤਾਰਨ ਦਾ ਸੀਗਾ। ਜਿਹੜੇ ਬਾਹਰ ਦੇ ਹੁੰਦੇ ਨੇ ਉਹ ਤੇ ਅਰੈਸਟ ਹੋ ਜਾਂਦੇ ਨੇ, ਲੇਕਿਨ ਜਿਹੜੇ ਪੰਜਾਬ ਦੇ ਹੁੰਦੇ ਨੇ ਉਹਨਾਂ ਨੂੰ ਜਾਂ ਤਾਂ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਜਾਂਦਾ। ਪਾਰਸ਼ਲਿਟੀ ਨਹੀਂ ਲੱਗਦੀ ਕਿਤੇ ਨਾ ਕਿਤੇ ਕਿ ਪੰਜਾਬ ਦੇ ਨੌਜਵਾਨਾਂ ਦੇ ਨਾਲ ਕਿਤੇ ਨਾ ਕਿਤੇ ਹੁੰਦੀ ਹੈ? ਮੈਨੂੰ ਨਹੀਂ ਲੱਗਦਾ ਹੁਣ ਅਸੀਂ ਇਸ ਤਰੀਕੇ ਏਡੀ ਦਰਦਨਾਕ ਮੌਤ ਦਿੱਤੀ ਹੋਵੇ ਸਾਡੇ ਇੱਕ ਉੱਭਰਦੇ ਸਿਤਾਰੇ ਨੂੰ, ਔਰ ਜਿਸ ਤਰੀਕੇ ਨਾਲ ਉਹਨਾਂ ਨੂੰ ਮਾਰ ਦਿੱਤਾ ਗਿਆ ਦਿਨ ਦਿਹਾੜੇ ਗੋਲੀਆਂ ਨਾਲ, ਤੇ ਫਿਰ ਅਸੀਂ ਕਹੀਏ ਵੀ ਹੁਣ ਜਿਨ੍ਹਾਂ ਨੇ ਮਾਰਿਆ ਅਗਰ ਉਹ ਪੁਲਿਸ ਤੋਂ ਭੱਜ ਰਿਹਾ 2 ਮਹੀਨਿਆਂ ਤੋਂ ਫਰਾਰ ਹੈ ਤੇ ਪੁਲਿਸ ਨਾਲ ਮੁਕਾਬਲਾ ਕਰਦੇ ਆ ਤੇ ਫਿਰ ਪੁਲਿਸ ਦੀ ਗੋਲੀ 'ਚ ਅਗਰ ਮਰ ਜਾਂਦੇ ਆ ਤੇ ਫਿਰ ਅਸੀਂ ਫਿਰ ਉਹਨਾਂ ਦੇ ਪ੍ਰਤੀ ਹਮਦਰਦੀ ਕਰਨ ਲੱਗੀ, ਇਹ ਵੀ ਮੈਨੂੰ ਲੱਗਦਾ ਠੀਕ ਨਹੀਂ। ਫਿਰ ਕਿਤੇ ਨਾ ਕਿਤੇ ਅਸੀਂ ਆਪਣੀ ਜਿਹੜੀ ਫੋਰਸ ਹੈ ਉਹਨੂੰ ਡੀਮੋਰਲਾਈਜ਼ ਕਰਨ ਦੀ ਗੱਲ ਕਰਾਂਗੇ। ਸੋ ਮੈਨੂੰ ਨਹੀਂ ਲੱਗਦਾ ਇਹਦੇ 'ਤੇ ਕਿਸੇ ਤਰ੍ਹਾਂ ਦੀ ਹਾਇਤੌਬਾ ਮਚਾਉਣ ਦੀ ਲੋੜ ਹੈ। ਪੁਲਿਸ ਨੇ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਸਰੈਂਡਰ ਕਰਨ ਵਾਸਤੇ ਵੀ ਕਿਹਾ ਸੀ, ਉਹਨਾਂ ਨੂੰ ਵਾਰ-ਵਾਰ ਅਪੀਲ ਕੀਤੀ ਕਿ ਵੀ ਸਰੈਂਡਰ ਕਰ ਦਿਓ। ਜਦੋਂ ਉਹਨਾਂ ਨੇ ਰਿਟਰਨ 'ਚ ਫਾਇਰਿੰਗ ਸ਼ੁਰੂ ਕਰਤੀ ਤੇ ਸੁਭਾਵਿਕ ਹੈ ਪੁਲਿਸ ਕੋਲ ਕੋਈ ਰਸਤਾ ਨਹੀਂ। ਯੂਥ ਪੋਲਿਟਿਕਸ ਦੇ ਵਿੱਚ ਰਹੇ ਹੋ, ਲੱਗਦਾ ਹੈ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਪੋਲਿਟਿਕਸ ਚੱਲ ਰਹੀ ਹੈ, ਲਗਾਤਾਰ ਜਿਸ ਤਰੀਕੇ ਨਾਲ ਫੈਸਲੇ ਆਉਂਦੇ ਨੇ ਔਰ ਉਸ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਜਾਂਦਾ ਹੈ, ਭਾਵੇਂ ਨੌਜਵਾਨ ਕਰਦੇ ਨੇ ਭਾਵੇਂ ਉਹ ਵਿਰੋਧੀ ਪਾਰਟੀਆਂ ਕਰਦੇ ਨੇ, ਕੀ ਇਹ ਪੋਲਿਟਿਕਸ ਪੰਜਾਬ ਦੇ ਲਈ ਸਹੀ ਰਹੂਗੀ? ਕਿ ਪੰਜਾਬ ਦੇ ਵਿੱਚ ਪੋਲਿਟਿਕਸ ਇਹ ਚੱਲ ਸਕਦੀ ਹੈ? ਦੇਖੋ ਵਿਰੋਧ ਕੌਣ ਕਰ ਰਿਹਾ? ਖਹਿਰਾ ਸਾਹਿਬ ਵਿਰੋਧ ਕਰ ਰਿਹਾ, ਬਾਦਲ ਸਾਹਿਬ ਹੋਣੇ ਤੇ ਸਿਰਫ ਆਪਣੀ ਪਰਿਵਾਰ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ। ਕਾਂਗਰਸ ਹੈ ਉਹ ਗਾਂਧੀ ਪਰਿਵਾਰ ਨੂੰ ਬਚਾਉਣ ਦੀ ਲੜਾਈ। ਵਿਰੋਧ ਤੁਸੀਂ ਲੋਕਾਂ ਜਾਓ ਨਾ, ਜਿਹੜੀ ਕਰਪਸ਼ਨ ਨੂੰ ਠੱਲ ਪਈ ਹੈ, ਜਿਸ ਤਰੀਕੇ ਨਾਲ VIP ਕਲਚਰ ਖਤਮ ਹੋਇਆ, ਜਿਸ ਤਰੀਕੇ ਨਾਲ ਲੀਡਰਾਂ ਦੀ ਧੌਂਸਬਾਜ਼ੀ ਖਤਮ ਹੋਈ ਆ, ਜਿਸ ਤਰੀਕੇ ਨਾਲ ਇਲੀਗਲ ਰੇਟ ਖਤਮ ਹੋਈ ਆ, ਉਹ ਤੇ ਸਾਰੀਆਂ ਚੀਜ਼ਾਂ ਨਾਲ ਆਮ ਲੋਕ ਤੇ ਖੁਸ਼ ਹੈ। ਤੇ ਜੇ ਮੈਂ ਕਹਾਂ ਵੀ ਸਾਰੀ ਦੁਨੀਆ ਨੂੰ ਹੁਣ ਅਸੀਂ 4 ਮਹੀਨਿਆਂ 'ਚ ਹੀ ਖੁਸ਼ ਕਰ ਲਈਏ, ਵਿਰੋਧੀਆਂ ਨੇ ਤਾਂ ਖੁਸ਼ ਹੋਣਾ ਨਹੀਂ। ਦੇਖੋ ਉਹਨਾਂ ਦਾ ਕੰਮ ਹੈ, ਉਹਨਾਂ ਨੇ ਸਾਡੇ ਚੰਗੇ ਕੰਮ 'ਚੋਂ ਵੀ ਕੋਈ ਨਾ ਕੋਈ ਕਮੀ ਕੱਢਣੀ ਹੈ, ਤੇ ਕੋਈ ਜੇ ਸਾਡੇ ਕੋਲ ਕਮੀ ਪੇਸ਼ੀ ਰਹਿ ਗਈ ਤੇ ਉਹ ਤੇ ਉਹਨਾਂ ਨੇ ਕਰਨੀ। ਸੋ ਉਹਨਾਂ ਨੂੰ ਤੇ ਸਾਡਾ, ਲੇਕਿਨ ਪੰਜਾਬ ਦੇ ਲੋਕਾਂ ਨਾਲ ਜ਼ਰੂਰ ਅਸੀਂ ਉਹਨਾਂ ਨੂੰ, ਮਾਨ ਸਾਹਿਬ ਨੇ ਵੀ ਬੇਨਤੀ ਕੀਤੀ, ਅਸੀਂ ਕਹਿਣਾ ਚਾਹੁੰਦੇ ਹਾਂ ਜਿਸ ਤਰੀਕੇ ਦਾ ਤੁਹਾਡਾ ਭਰੋਸਾ ਤੁਸੀਂ ਵਿਖਾ ਰਹੇ ਹੋ ਥੋੜਾ ਟਾਈਮ ਹੋਰ ਲੱਗੂਗਾ। ਮੁੱਖ ਮੰਤਰੀ ਦੀ ਨੀਅਤ ਸਾਫ਼ ਹੈ, ਸਰਕਾਰ ਦੀ ਨੀਅਤ ਸਾਫ਼, ਕਰਪਸ਼ਨ ਦੇ ਖਿਲਾਫ ਵੀ, ਬਾਕੀ ਸਾਰੀਆਂ ਕੁਰੀਤੀਆਂ ਦੇ ਖਿਲਾਫ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਹਾਲਾਤ ਬਹੁਤ ਬਿਹਤਰ ਹੋਣਗੇ ਜਦੋਂ 5 ਸਾਲ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁਲਾਂਕਣ ਹੋਊਗਾ ਤੇ ਸਥਿਤੀਆਂ ਬੜੀਆਂ ਬਦਲਣਗੀਆਂ। ਕਾਂਗਰਸ ਸਾਹਿਬ, ਤੁਹਾਡੇ ਤੋਂ ਪਰਸਨਲ ਇੱਕ ਸਵਾਲ ਹੈ ਕਿ ਤੁਸੀਂ ਵੀ ਸਾਬਤ ਸੂਰਤ ਸਿੱਖ ਹੋ, ਕਿੱਦਾਂ ਇਸ ਮਸਲੇ ਨੂੰ ਵੇਖਦੇ ਹੋ? ਭਾਵੇਂ ਉਹ ਬੇਅਦਬੀ ਦਾ ਮਸਲਾ ਹੋਵੇ, ਭਾਵੇਂ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੋਵੇ, ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ? ਨਹੀਂ ਬਿਲਕੁਲ, ਮੈਂ ਦੇਖੋ ਗੁਰੂ ਸਾਹਿਬ ਦੀ ਬੇਅਦਬੀ ਵਾਲਾ ਜਿਹੜਾ ਮਸਲਾ ਆ ਬੜਾ ਹੀ ਮਤਲਬ ਇਮੋਸ਼ਨਲ ਦੇ ਨਾਲ ਦੁਖਦ ਹੈ, ਔਰ ਖਾਸ ਕਰ ਜਦੋਂ ਤੁਸੀਂ 7 ਸਾਲ ਤੋਂ ਨੌਜਵਾਨ ਔਰ ਪੂਰੀ ਸਿੱਖ ਸੰਗਤ ਪ੍ਰੋਟੈਸਟ ਕਰ ਰਹੀ ਹੈ। ਮੈਂ ਕੱਲ੍ਹ ਵੀ ਇੱਕ TV ਚੈਨਲ 'ਤੇ ਗੱਲ ਕਹੀ ਸੀ ਵੀ ਦੇਖੋ ਅਕਾਲੀ ਦਲ ਨੇ ਇਨਸਾਫ ਤੇ ਕੀ ਦੇਣਾ ਸੀ, ਉਹਨਾਂ ਨੇ ਵੋਟਾਂ ਦੇ ਚੱਕਰ 'ਚ ਫਟਾਫਟ ਜਿਹੜੇ ਸ਼ਰੇਆਮ ਪਤਾ ਸੀ ਵੀ ਡੇਰੇ ਵਾਲੇ ਇਹਦੇ 'ਚ ਇਨਵੋਲਵ ਹੈ ਉਹਨਾਂ ਨੂੰ ਮਾਫੀਆਂ ਦੇਣ ਲੱਗ ਗਏ, ਉਹਨਾਂ ਨੂੰ ਕਲੀਨ ਚਿੱਟਾਂ ਦੇਣ ਲੱਗ ਗਏ। ਕਾਂਗਰਸ ਆਈ ਤੇ ਉਹ ਕਾਂਗਰਸ ਤੇ ਕੈਪਟਨ ਸਾਹਿਬ ਤੇ ਸਿੱਧਾ ਹੀ ਆਰੋਪ ਲੱਗਦਾ ਹੈ ਵੀ ਉਹ ਬਾਦਲ ਸਾਹਿਬ ਦੇ ਔਰ ਬਾਕੀ ਪਰਿਵਾਰਾਂ ਨੂੰ ਬਚਾਉਣ ਵਾਸਤੇ ਲੱਗੇ ਰਹੇ, ਸੈਸ਼ਨ ਸੱਦੇ ਗਏ, ਲਗਾਤਾਰ ਸਾਰਾ ਦਿਨ ਡਿਬੇਟ ਹੋਈ ਤੇ ਸਿੱਟਾ ਕੁਛ ਨਹੀਂ ਨਿਕਲਿਆ। ਜਿਹੜਾ ਪ੍ਰੋਸੀਕਿਊਸ਼ਨ ਹੈ ਉਹਦੇ 'ਚ ਲਾਅ ਅਫਸਰ ਜਾਂਦੇ ਨਹੀਂ ਸੀ, ਉਹ 'ਚ ਲਾਅ ਜਿਹੜਾ ਪੰਜਾਬ ਸਰਕਾਰ ਦਾ ਲਾਅ ਆਫਿਸ ਸੀ ਉਹ ਬਹੁਤ ਢਿੱਲਾ ਰਿਹਾ, ਐਵੀਡੈਂਸ 'ਚ, ਇਨਵੈਸਟੀਗੇਸ਼ਨ 'ਚ ਜਿਸ ਤਰੀਕੇ ਨਾਲ ਹਿਊਮਿਲੇਟ ਕੀਤਾ ਆਫੀਸਰ ਸਾਹਿਬਾਨਾਂ ਨੂੰ। ਸੋ ਮੇਰਾ ਤੇ ਇਸ ਮਸਲੇ ਤੇ ਸਿਰਫ ਇੰਨਾ ਕਹਿਣਾ ਹੈ ਔਰ ਬੜੀ ਨਮਰਤਾ ਨਾਲ, ਮਾਨ ਸਾਹਿਬ ਦੀ ਸਰਕਾਰ ਪ੍ਰੋਸੀਕਿਊਸ਼ਨ ਦੇ ਦੌਰਾਨ ਕਿਸੇ ਨੂੰ ਫੇਵਰ ਨਹੀਂ ਕਰੂਗੀ। ਸਾਫ਼ ਸੁਥਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਐਵੀਡੈਂਸ ਵੀ ਪ੍ਰੋਪਰ ਹੋਊਗਾ। ਜਿਹੜਾ ਪੰਜਾਬ ਸਰਕਾਰ ਦਾ ਲਾਅ ਆਫਿਸ ਹੈ ਉਹ ਵੀ ਪ੍ਰੋਪਰ ਪੂਰੀ ਮਜ਼ਬੂਤੀ ਨਾਲ ਆਪਣਾ ਪੱਖ ਰੱਖੂਗਾ ਤਾਂ ਕਿ ਕੋਈ ਇਹ 'ਚ ਜਿਹੜਾ ਇਹਦੇ ਲਈ ਜ਼ਿੰਮੇਵਾਰ ਹੈ ਉਹ ਬਚੇ ਨਾ ਔਰ ਉਹਦੇ परिणाम भी आउणगे। लेकिन मैं एवें कंट्रोवर्सी क्रिएट करन लई या वोट बैंक की राजनीति लिए एवें खाम खां दी कोई स्टेटमेंट मैं देना नहीं चाहुंदा। जिहड़ी साडी जिम्मेवारी लई है पंजाब दीआं संगतां ने, सिख संगतां ने और मान साहब नाल वादा वो असीं करांगे, नहीं करांगे तो साडा असर भी उही होऊगा जो दूजियां दोनों पार्टियां दा। ये सानूं भी पता है। असीं गुरु साहब तो डरन वाले लोग हैं, असीं उन्हां दे नाम ते कोई राजनीति नहीं करना चाहुंदे, लेकिन संगत नूं जस्टिस मिले इहदे लई मान साहब की सरकार तनदेही नाल लगी। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿਸ ਤਰੀਕੇ ਨਾਲ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਕਹਿ ਰਹੀ ਹੈ, ਸਿਮਰਜੀਤ ਸਿੰਘ ਮਾਨ ਵੀ ਕਹਿੰਦੇ ਨੇ ਕਿ ਬੰਦੀ ਸਿੰਘ ਜਿਹੜੇ ਨੇ ਜਿਨ੍ਹਾਂ ਦੀ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਉਹ ਆ ਜਾਣੇ ਚਾਹੀਦੇ ਨੇ ਬਾਹਰ, ਲੇਕਿਨ ਕਾਂਗਰਸ ਦਾ ਇੱਕ ਲੀਡਰ ਜ਼ਰੂਰ ਕਹਿ ਰਿਹਾ ਰਵਨੀਤ ਬਿੱਟੂ ਕਿ ਜੇਕਰ ਇਹ ਆਉਂਦੇ ਨੇ ਬਾਹਰ ਤੇ ਮਾਹੌਲ ਖਰਾਬ ਹੋ ਸਕਦਾ। ਦੇਖੋ ਅਕਾਲੀ ਦਲ ਬਾਦਲ ਸਾਹਿਬ ਨੂੰ ਤਾਂ ਯਾਦ ਉਦੋਂ ਹੁੰਦੀ ਹੈ ਬੰਦੀ ਸਿੰਘਾਂ ਦੀ ਜਦੋਂ ਇਹ ਸੱਤਾ ਤੋਂ ਬਾਹਰ ਹੁੰਦੀ ਹੈ। ਜਦੋਂ ਇਹ ਸੱਤਾ 'ਚ ਹੁੰਦੇ ਆ ਇਹਨਾਂ ਨੂੰ ਕਦੀ ਬੰਦੀ ਸਿੰਘਾਂ ਦੀ, ਕਦੀ ਪੰਜਾਬ ਦੀ, ਜਿੰਨੇ ਵੀ ਐਂਟੀ ਪੰਜਾਬ ਫੈਸਲੇ ਹੋਏ ਆ
ਉਹਦੇ ਲਈ ਜ਼ਿੰਮੇਵਾਰ ਤੇ ਇਹੀ ਸਰਕਾਰਾਂ ਰਹੀਆਂ, ਕਿਉਂਕਿ ਇਹਨਾਂ ਰਾਜ ਤੇ ਇਹਨਾਂ ਨੇ ਭੁਗਤਿਆ। ਜਿਹੜੇ ਜਿੰਨੇ ਵੀ ਸਵਾਲ ਹੈ ਅੱਜ ਚੰਡੀਗੜ੍ਹ ਤੋਂ ਲੈ ਕੇ BBMB ਤੱਕ, ਸਿਟਕੋ ਤੱਕ, ਪੰਜਾਬ ਯੂਨੀਵਰਸਿਟੀ ਤੱਕ ਫੈਸਲੇ ਇਹਨਾਂ ਦੇ ਟਾਈਮ ਹੋਏ ਐਂਟੀ ਪੰਜਾਬ। ਅਸੀਂ ਕਿੱਥੋਂ ਦੋਸ਼ੀ ਹੋ ਗਏ? ਸੋ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ, ਅਸੀਂ ਇਹਦੇ ਹਾਮੀ। ਇਹ ਲੀਗਲ ਜਿਹੜਾ ਪ੍ਰੋਸੈਸ ਕਿਉਂ ਨਹੀਂ, ਇਹ ਭਾਈਵਾਲ ਫੇਰ ਬਣ ਗਿਆ। ਹੁਣ ਪ੍ਰੈਜ਼ੀਡੈਂਟ ਜਿਹੜਾ ਇਲੈਕਸ਼ਨ ਹੋਇਆ, ਬਾਲ ਸਾਹਿਬ ਕਿਉਂ ਨਹੀਂ ਉੱਥੇ ਮੁੱਦਾ ਉਠਾਉਂਦੇ? ਹੁਣ ਅਕਾਲੀ ਦਲ ਦੀ ਆਵਾਜ਼ ਨਹੀਂ ਨਿਕਲੀ ਪਾਰਲੀਮੈਂਟ 'ਚ ਬੰਦੀ ਸਿੰਘਾਂ ਲਈ। ਅਸੀਂ ਤੇ ਕਹਿੰਦੇ ਆ, ਸਾਡਾ ਤੇ ਉਹੀ ਸਟੈਂਡ ਪਹਿਲਾਂ ਸੀ, ਹੁਣ ਉਹੀ ਆ। ਲੀਗਲ ਪ੍ਰਕਿਰਿਆ ਦੇ ਕਰਕੇ ਕਹਾਣੀ ਅਰਵਿੰਦ ਕੇਜਰੀਵਾਲ ਤੇ ਆਉਂਦੀ ਹੈ, ਕਹਿੰਦੇ ਜੇਲ੍ਹ ਤੇ ਉਹਨਾਂ ਦੀ ਹੈ ਨਾ, ਹਿਊਮਨਿਟੇਰੀਅਨ ਗਰਾਊਂਡ ਤੇ ਉਹਨਾਂ ਦੀ ਰਿਹਾਈ ਹੁਣ ਹੋਣੀ ਚਾਹੀਦੀ, ਜਿਹੜੀ ਸਜ਼ਾ ਪੂਰੀ ਕਰਕੇ। ਫਿਰ ਕੇ ਕਹਾਣੀ ਤੇ ਅਰਵਿੰਦ ਕੇਜਰੀਵਾਲ ਤੇ ਆ ਜਾਂਦੀ ਹੈ, ਕਹਿੰਦੇ ਸਵਾਲ ਕਰਦੇ ਨੇ, ਕਹਿੰਦੇ ਜੇਲ੍ਹ ਤੇ ਉਹਨਾਂ ਦੇ ਅੰਡਰ 'ਚ। ਨਹੀਂ, ਜੇ ਜੇਲ੍ਹ ਦੀ ਮੈਨੇਜਮੈਂਟ ਉਹਨਾਂ ਦੇ ਅੰਡਰ ਹੈ, ਫੈਸਲਾ ਲੈਣਾ ਸੈਂਟਰ ਦੇ ਅੰਡਰ ਹੈ। ਇਹ ਐਵੇਂ ਕਨਫਿਊਜ਼ ਪੈਦਾ ਕੀਤਾ ਜਾ ਰਿਹਾ। ਜੇਲ੍ਹ ਦਾ ਰੱਖ ਰਖਾਵ, ਸਾਫ ਸਫਾਈ, ਮੈਨੇਜਮੈਂਟ, ਇਹ ਸਾਰਾ ਇਹ ਜ਼ਰੂਰ ਦਿੱਲੀ ਸਰਕਾਰ ਦੇ ਅੰਡਰ, ਲੇਕਿਨ ਉੱਥੇ ਦੀ ਐਂਟਰੀ, ਸਿਕਿਉਰਿਟੀ, ਉੱਥੋਂ ਦੇ ਫੈਸਲੇ, ਉਹਦੇ ਬਾਰੇ ਕੌਣ ਕਿਹਨੂੰ ਰੱਖਣਾ ਕਿਹਨੂੰ ਨਹੀਂ ਰੱਖਣਾ, ਉਹ ਸਾਰਾ ਸੈਂਟਰ ਦੇ ਅੰਡਰ। ਸੋ ਇਹਦੇ ਤੇ ਫੈਸਲਾ ਵੈਸੇ ਵੀ ਜੇਲ੍ਹ ਅਥਾਰਟੀ ਨਾਲ ਰਿਲੇਟਡ ਨਹੀਂ, ਇਹ ਤੇ ਸੈਂਟਰ ਸਰਕਾਰ ਦੇ ਔਰ ਪ੍ਰੈਜ਼ੀਡੈਂਟ ਆਫਿਸ ਨੇ ਫੈਸਲਾ ਲੈਣਾ। ਸੋ ਮੈਨੂੰ ਲੱਗਦਾ ਅਸੀਂ ਤੇ ਆਪ ਕਹਿੰਦੇ ਹਿਊਮਨਿਟੇਰੀਅਨ ਗਰਾਊਂਡ ਤੇ ਜਿਹੜੇ ਲੋਕ ਸਜ਼ਾ ਭੁਗਤ ਚੁੱਕੇ ਜਿਹੜੇ ਸੀ, ਉਹਨਾਂ ਨੂੰ ਛੱਡ ਦੇਣਾ ਚਾਹੀਦਾ। ਆਖਰੀ ਸਵਾਲ ਹੈ ਮੇਰਾ, ਪੰਜਾਬ ਦੇ ਮੁੱਦਿਆਂ ਦੀ ਗੱਲ ਹੋ ਰਹੀ ਹੈ, ਪੰਜਾਬ ਦੇ ਹੱਕਾਂ ਦੀ ਗੱਲ ਹੋ ਰਹੀ ਹੈ। ਕਿਤੇ ਨਾ ਕਿਤੇ ਜਦੋਂ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਜ਼ਰੂਰ ਸਾਹਮਣੇ ਆਉਂਦਾ, ਜਦੋਂ ਹਰਿਆਣਾ ਇੱਕ ਆਪਣੀ ਵਿਧਾਨ ਸਭਾ ਮੰਗਦਾ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਉਂਦਾ ਕਿ ਪੰਜਾਬ ਨੂੰ ਵੱਖਰੀ ਵਿਧਾਨ ਸਭਾ ਦਿੱਤੀ ਜਾਵੇ। ਲੱਗਦਾ ਨਹੀਂ ਕਿ ਬੜਾ ਹਾਸੋਹੀਨ ਬਿਆਨ ਸੀਗਾ ਕਿ ਆਪਣੀ ਇਮਾਰਤ ਛੱਡ ਕੇ ਔਰ ਨਵੀਂ ਇਮਾਰਤ ਮੰਗਣ ਦੀ ਗੱਲ ਕੀਤੀ ਜਾਵੇ? ਅਸੀਂ ਆਲਰੇਡੀ ਉਸ ਤੋਂ ਬਾਅਦ ਮੈਂ ਹੀ ਪ੍ਰੈਸ ਕਾਨਫਰੰਸ ਕੀਤੀ ਹੈ, ਸਾਡੀ ਪਾਰਟੀ ਦਾ ਵੀ ਬਿਆਨ ਆ ਗਿਆ, ਮੰਤਰੀ ਸਾਹਿਬਾਨਾਂ ਦਾ ਵੀ ਆ ਗਿਆ ਕਿ ਚੰਡੀਗੜ੍ਹ ਤੇ ਕਿਸੇ ਤਰ੍ਹਾਂ ਦਾ ਕਿਸੇ ਪੰਜਾਬ ਤੋਂ ਇਲਾਵਾ ਕਿਸੇ ਦਾ ਰਾਈਟ ਨਹੀਂ ਹੈ। ਇਹ ਤੇ ਧੱਕੇਸ਼ਾਹੀ ਹੈ ਸ਼ਰੇਆਮ ਕਿ ਇੱਕ ਪੇਰੈਂਟ ਸਟੇਟ ਨੂੰ ਉਹਦੀ ਕੈਪੀਟਲ ਵਾਪਸ ਨਹੀਂ ਕੀਤੀ ਜਾ ਰਹੀ, ਜਿਹੜੀ ਕਿ ਪੰਜਾਬ ਦੇ ਹੀ ਪਿੰਡਾਂ ਨੂੰ ਉਜਾੜ ਕੇ ਜਿਹੜੀ ਵਸਾਇਆ ਗਿਆ, ਜਿਹੜਾ ਪੰਜਾਬ ਨੂੰ ਲਾਹੌਰ ਦੇ ਬਦਲੇ ਇੱਕ ਸ਼ਹਿਰ ਵਸਾ ਕੇ ਦਿੱਤਾ ਗਿਆ। ਸੋ ਇਹ ਸ਼ਰੇਆਮ ਨਾਇਨਸਾਫੀ ਕਾਂਗਰਸ ਨੇ ਕੀਤੀ ਆ। ਅਕਾਲੀ ਦਲ ਨੇ ਜਦੋਂ ਵੀ ਸੱਤਾ ਹੰਢਾਈ, ਉਹਨਾਂ ਨੂੰ ਚੇਤਾ ਨਹੀਂ ਹੁੰਦਾ। ਸ਼ਰੇਆਮ ਉਹਨਾਂ ਨੇ ਕਦੀ ਪੰਜਾਬ ਦਾ ਮੁੱਦਾ ਜਦੋਂ ਸੱਤਾ 'ਚ ਹੁੰਦੇ ਕਦੀ ਨਹੀਂ। ਸ਼ਰੇਆਮ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ 'ਚ ਵੀ ਇਹ ਭਾਈਵਾਲ ਰਹੇ ਆ, ਹੁਣ ਵੀ ਇਹ ਭਾਈਵਾਲ ਰਹੇ ਆ। ਮੋਦੀ ਸਾਹਿਬ ਦੇ ਨਾਲ ਵੀ ਕਾਫੀ ਸਾਲ ਤੱਕ, ਦੂਜੀ ਸਰਕਾਰ ਆ ਕੇ ਥੋੜ੍ਹੇ ਦਿਨ ਲਈ ਛੱਡਿਆ, ਹੁਣ ਫੇਰ ਭਾਈਵਾਲ ਹੈ। ਸੋ ਇਹ ਜਿਹੜੇ ਨਾਇਨਸਾਫੀਆਂ ਪੰਜਾਬ ਨਾਲ ਹੋਈਆਂ, ਨੋ ਡਾਊਟ। ਪਰ ਇਹ ਬਿਆਨ ਸਹੀ ਸੀ? ਨਹੀਂ, ਪੰਜਾਬ, ਚੰਡੀਗੜ੍ਹ ਤੇ ਪੰਜਾਬ ਦਾ ਹੀ ਅਧਿਕਾਰ ਹੈ ਔਰ ਹਰਿਆਣੇ ਦੀ ਵਿਧਾਨ ਸਭਾ ਦਾ ਵੀ ਅਸੀਂ ਵਿਰੋਧ ਕਰਦੇ ਹਾਂ। ਉਦਣ ਵੀ ਕੀਤਾ ਸੀ, ਹੁਣ ਵੀ ਕਰਦੇ। ਪੰਜਾਬ ਲਈ ਵੱਖਰੀ ਵਿਧਾਨ ਸਭਾ ਮੰਗਣਾ ਕਿੱਥੇ, ਇਹ ਬਿਆਨ ਸਹੀ ਸੀ? ਨਹੀਂ, ਜਿਹੜਾ ਅਮਿਤ ਸ਼ਾਹ ਜੀ ਨੇ ਇਹ ਇੱਕ ਤਰੀਕੇ ਨਾਲ ਨਵੇਂ ਸਿਰੇ ਤੋਂ ਲੜਾਈ ਸ਼ੁਰੂ ਕਰਾਉਣ ਵਾਲੀ ਛੇੜੀ ਹੈ, ਬੜੀ ਖਤਰਨਾਕ ਹੋ ਸਕਦੀ। ਦੇਸ਼ ਦੀ ਮੋਦੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ, ਚੰਡੀਗੜ੍ਹ ਦੇ ਨਾਮ ਤੇ ਪਹਿਲਾਂ ਬਹੁਤ ਖੂਨ ਖਰਾਬਾ ਹੋ ਗਿਆ। ਸੋ ਇਹ ਨਵੀਆਂ ਛੇੜਖਾਨੀਆਂ ਨਾ ਕਰਨ, ਬਜਾਏ ਇਹਦੇ ਇਸ ਮਸਲੇ ਨੂੰ ਖਤਮ ਕਰਕੇ ਪੰਜਾਬ ਨੂੰ ਉਹਦੀ ਕੈਪੀਟਲ ਦੇਣ ਔਰ ਹਰਿਆਣੇ ਨੂੰ ਸਪੈਸ਼ਲ ਪੈਕੇਜ ਦੇ ਕੇ ਹਰਿਆਣੇ ਵਾਸਤੇ, ਚਾਹੇ ਉਹ ਪੰਚਕੂਲੇ ਬਣਾਉਣ, ਕਰਨਾਲ ਬਣਾਉਣ, ਜਿੱਥੇ ਮਰਜ਼ੀ ਬਣਾਉਣ ਕੈਪੀਟਲ, ਚਾਹੇ ਉਹ ਗੁੜਗਾਵਾਂ ਬਣਾਉਣ, ਕਿਉਂਕਿ ਉਹਨਾਂ ਦਾ ਬਹੁਤ ਵਿਕਸਿਤ ਸ਼ਹਿਰ ਹੈ ਆਲਰੇਡੀ ਹਰਿਆਣੇ ਕੋ। ਉਹਦੇ ਲਈ ਸੈਂਟਰ ਅਸੀਂ ਮੰਗ ਕਰਦੇ, ਸੈਂਟਰ ਸਪੈਸ਼ਲ ਪੈਕੇਜ ਦੇਵੇ, ਲੇਕਿਨ ਚੰਡੀਗੜ੍ਹ ਜਿਹੜਾ ਹੈ ਵਾਪਸ ਪੰਜਾਬ। ਪਰ ਅਕਾਲੀ ਦਲ ਤੇ ਵਾਰਨਿੰਗ ਵੀ ਦੇ ਚੁੱਕਾ ਹੈ ਕਿ ਮੁੱਖ ਮੰਤਰੀ ਆਪਣੇ ਬਿਆਨ ਵਾਪਸ ਲੈਣ, ਜਿਹੜਾ ਵਿਧਾਨ ਸਭਾ ਵੱਖਰੀ ਮੰਗਣ। ਅਕਾਲੀ ਦਲ, ਮੈਂ ਤੁਹਾਨੂੰ ਦੱਸਿਆ, ਅਕਾਲੀ ਦਲ ਜਦੋਂ ਸੱਤਾ 'ਚ ਹੁੰਦਾ, ਇਹਨੂੰ ਨਾ ਸਿੱਖਾਂ ਦੀ ਚਿੰਤਾ ਹੈ, ਨਾ ਸਿੰਘਾਂ ਦੀ ਚਿੰਤਾ ਹੈ, ਨਾ ਪੰਜਾਬ ਦਾ ਫਿਕਰ ਹੈ, ਨਾ ਚੰਡੀਗੜ੍ਹ ਦਾ ਫਿਕਰ ਹੈ। ਅਕਾਲੀ ਦਲ ਜਦੋਂ ਦਰ ਭਟਕ ਰਿਹਾ ਇਸ ਟਾਈਮ, ਜਦੋਂ 3 MLA 'ਚੋਂ ਇੱਕ MLA ਹੀ ਬਗਾਵਤ ਕਰ ਗਿਆ, ਕੋਰ ਕਮੇਟੀ ਚੰਦੂ ਮਾਜਰਾ ਸਾਹਿਬ ਵੀ ਬਗਾਵਤ ਕਰ ਗਏ, ਤੇ ਹੁਣ ਇਹਨਾਂ ਨੂੰ ਪੰਜਾਬ ਦੀ ਯਾਦ ਆਉਣ ਲੱਗ ਗਈ ਹੈ, ਜਿਹੜੀ ਕਿ ਸ਼ਰੇਆਮ ਲੱਗ ਰਿਹਾ ਵੀ ਇਹ ਸਾਰੀ ਸੰਜੀਦਗੀ ਉਹ 'ਚ ਕਿਤੇ ਦਿਖ ਨਹੀਂ ਰਹੀ। ਆਰਟੀਫਿਸ਼ੀਅਲ ਜਿਹੜਾ ਉਹਨਾਂ ਦਾ ਤਰੀਕਾ ਹੈ, ਸਿਰਫ ਤੇ ਸਿਰਫ ਗੁੰਮਰਾਹਕੁਨ ਜਿਹੜਾ ਤਰੀਕਾ ਹੈ ਬਾਲ ਸਾਹਿਬ ਦਾ, ਉਹ ਦੇਖ ਰਿਹਾ, ਉਹ ਲੋਕ ਜਾਣਦੇ। ਸੋ ਇਹਨਾਂ ਨੂੰ ਕੁਝ ਨਹੀਂ ਮਿਲਣਾ। ਬਿਲਕੁਲ ਸਾਡੇ ਨਾਲ ਇਸ ਸਮੇਂ ਮੌਜੂਦ ਸੀਗੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਜੀ, ਔਰ ਸਾਫ਼ ਤੌਰ ਤੇ ਕਹਿ ਰਹੇ ਨੇ ਕਿ ਸਮਾਂ ਜ਼ਰੂਰ ਘੱਟ ਜਿਹੜਾ ਹੋਇਆ ਔਰ ਉਸ ਦੇ ਵਿੱਚ ਪੰਜਾਬ ਦੇ ਮਸਲੇ ਕਈ ਹੱਲ ਹੋਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਵੀ ਹੱਲ ਹੋਣਗੇ ਔਰ ਜਲਦ ਤੋਂ ਜਲਦ ਲੋਕਾਂ ਨੂੰ ਉਹਨਾਂ ਦੀ ਆਸ ਤੇ ਜਿਹੜਾ ਖੜੀ ਹੋਈ ਹੈ ਆਮ ਆਦਮੀ ਪਾਰਟੀ ਨਜ਼ਰ ਆਊਗੀ। ਕੈਮਰਾ ਬਿਨੀ ਦੇ ਨਾਲ ਦਮਪ੍ਰੀਤ ਸਿੰਘ ਆਨੇਰ, ਚੰਡੀਗੜ੍ਹ।